हाँ जी, पशु पालक ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਜਿਹੜਾ ਮੇਨ ਵਿਸ਼ਾ ਅੱਜ ਦਾ ਹੈਗਾ ਜੀ, ਉਹ ਹੈਗਾ ਜਿਹੜੀ ਇਹ ਖੁਰਾਕੀ ਬਦਲਾਅ ਆਪਾਂ ਕਰਨੇ ਆ। ਉਦੋਂ ਇਲਾਵਾ ਮੱਝਾਂ ਦੀ ਕੁਝ ਸਮੱਸਿਆਵਾਂ ਬਾਰੇ ਗੱਲ ਕਰਾਂਗੇ ਜੀ, ਉਹ ਵੀ ਜਿਹੜੀਆਂ ਖੁਰਾਕ ਨਾਲ ਸੰਬੰਧਿਤ ਨੇ। ਤੀਜਾ ਆਪਾਂ ਜਿਹੜੀ ਪਿਛਲੀ ਵਾਰੀ ਗੱਲ ਕੀਤੀ ਸੀ ਗਲਘੋਟੂ ਬਾਰੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ, ਜਿਵੇਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਵੀ ਜਿਹੜੇ ਖੁਰਾਕੀ ਬਦਲਾਅ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਏ ਆ, ਕਿਉਂਕਿ ਜਿਹੜੀਆਂ ਖੁਰਾਕ ਦੀਆਂ ਕੀਮਤਾਂ ਨੇ ਉਹ ਹੁਣ ਅਸਮਾਨ ਨੂੰ ਛੂਹ ਰਹੀਆਂ। ਸੋਇਆ ਦਾ ਰੇਟ ਜਿਵੇਂ ਤੁਸੀਂ ਭਲੀ ਭਾਂਤੀ ਜਾਣਦੇ ਹੋ ਸਾਰੇ ਜਾਣੇ ਵੀ 90 ਰੁਪਏ ਤੋਂ ਉੱਤੇ ਚੱਲ ਰਹੇ ਆ। ਕਦੇ ਵੀ ਅੱਜ ਤੱਕ ਹਾਲੇ ਤੱਕ ਡੇਅਰੀ ਦੇ ਧੰਦੇ ਦੇ ਇਤਿਹਾਸ 'ਚ ਸੋਇਆ ਦਾ ਇਹ ਰੇਟ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪੋਲਟਰੀ ਤੇ ਡੇਅਰੀ ਦੋਨੇ ਉਦਯੋਗਾਂ ਵਾਸਤੇ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਮਤਲਬ ਕਿ ਧੰਦੇ ਨੂੰ ਇੱਕ ਇਕੱਲੀ ਸੋਇਆਬੀਨ ਹੈ ਜਿਹੜੀ ਬਚਾ ਸਕਦੀ ਹੈ ਜਾਂ ਖਤਮ ਕਰ ਸਕਦੀ ਹੈ, ਖਾਸ ਕਰਕੇ ਪੋਲਟਰੀ ਦੇ ਵਿੱਚ। ਡੇਅਰੀ ਦੇ ਵਿੱਚ ਵੀ ਕੀ ਹੈ, ਦੇਖੋ ਗਾਵਾਂ ਦੇ ਵਿੱਚ ਸੋਇਆਬੀਨ ਤੋਂ ਬਿਨਾਂ ਨਹੀਂ ਸਰਦਾ। ਔਰ ਅੱਜ ਦੇ ਡੇਟ 'ਚ ਜੇ ਅਸੀਂ ਲਾਈਏ ਅੱਜ ਦੇ ਦਿਨ, ਜੇ ਅਸੀਂ ਚੰਗੀ ਫੀਡ ਬਣਾਉਣੀ ਹੋਵੇ ਤਾਂ 45 ਰੁਪਏ ਦੇ ਨੇੜੇ ਤੇੜੇ ਜਾ ਲੱਗਦੀ ਹੈ ਗੱਲ, ਜੇ ਅਸੀਂ ਵਧੀਆ ਫੀਡ ਬਣਾਉਣੀ ਹੋਵੇ। ਇਸ ਕਰਕੇ ਪਹਿਲੀ ਗੱਲ ਤਾਂ ਇਹ ਬੜੀ ਵੱਡੀ ਸਮੱਸਿਆ। ਦੂਜੀ ਗੱਲ, ਵੜੇਵਿਆਂ ਦਾ ਰੇਟ ਵੀ ਬਹੁਤ ਜ਼ਿਆਦਾ, ਇਸ ਕਰਕੇ ਤੇਲ ਪੂਰਾ ਕਰਨਾ ਵੀ ਔਖਾ ਹੈ ਫੀਡ ਦੇ ਵਿੱਚ। ਸੋ ਤੇਲ ਤੇ ਪ੍ਰੋਟੀਨ ਦੋਨੇ ਪੂਰੇ ਕਰਨੇ ਇਸ ਵੇਲੇ ਬਹੁਤ ਔਖੀਆਂ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗਾ, ਇੱਕ ਤਾਂ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਗਰਮੀਆਂ ਦੇ ਵਿੱਚ ਸਾਨੂੰ ਜਿਹੜਾ DOC ਹੈ ਜਾਂ DORB ਹੈ, ਜਿਹੜੀ ਰਾਈਸ ਪੋਲਿਸ਼ 'ਚੋਂ ਬਚਿਆ ਵਾ ਹੁੰਦਾ DOC ਜਿਹੜਾ ਹੁੰਦਾ ਚੌਲਾਂ ਦਾ, ਉਹਨੂੰ ਵਰਤਣਾ ਸਾਡੀ ਮਜਬੂਰੀ ਹੁੰਦੀ ਹੈ ਇਸ ਵੇਲੇ। ਪਰ ਇਹ ਨਹੀਂ ਸੀ ਵਰਤਣਾ ਚਾਹੀਦਾ, ਪਰ ਰੇਟ ਇੰਨੇ ਜ਼ਿਆਦਾ ਨੇ ਵੀ ਹੋਰ ਕੋਈ ਹੱਲ ਨਹੀਂ ਹੈਗਾ। ਦੂਜੇ ਨੰਬਰ 'ਤੇ DDGS ਜਿਹੜਾ ਹੈਗਾ, ਡਰਾਈਡ ਐਂਡ ਡਿਸਟਿਲਡ ਗ੍ਰੇਨ ਸੋਲੂਬਲ ਜਿਹੜੇ ਹੈਗੇ, ਉਹ ਵੀ ਵਰਤ ਕੇ ਕੰਮ ਚਲਾਇਆ ਜਾ ਸਕਦਾ। ਇਸ ਤੋਂ ਇਲਾਵਾ ਹੋਰ ਜਿਹੜੇ ਵੀ ਬਾਈ ਪ੍ਰੋਡਕਟ ਨੇ, ਹੋਰ ਜਿਹੜੇ ਵੀ ਇੰਡਸਟਰੀਅਲ ਬਾਈ ਪ੍ਰੋਡਕਟ ਨੇ, ਹੋਰ ਫੈਕਟਰੀਆਂ ਦਾ ਜਿਹੜਾ ਰਹਿੰਦ ਖੂੰਹਦ ਹੈ ਜਿਹੜੀ, ਉਹਨੂੰ ਵਰਤ ਕੇ ਕੰਮ ਚਲਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਮੀਦ ਇਹ ਕੀਤੀ ਜਾ ਰਹੀ ਹੈ ਵੀ ਘੱਟੋ ਘੱਟ 1.5 ਮਹੀਨਾ ਤੱਕ ਇਹ ਉਮੀਦ ਹੈ ਵੀ ਸੋਇਆ ਦੇ ਰੇਟ ਨਹੀਂ ਘਟਣੇ ਹੈਗੇ। ਹਾਲਾਂਕਿ ਪਿੱਛੇ ਪੋਲਟਰੀ ਇੰਡਸਟਰੀ ਵਾਲਿਆਂ ਨੇ ਗੌਰਮੈਂਟ ਆਫ ਇੰਡੀਆ ਨਾਲ ਗੱਲ ਕੀਤੀ ਹੈ ਸੋਇਆ ਦੇ ਇੰਪੋਰਟ ਬਾਰੇ, ਵੀ ਸੋਇਆ ਦੇ ਆਯਾਤ ਕਰਨ ਬਾਰੇ, ਪਰ ਉਹ ਪਤਾ ਨਹੀਂ ਕਿੰਨਾ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਦੂਜੀ ਗੱਲ ਇਹ ਹੈ, ਦੇਖੋ ਖੁਰਾਕੀ ਬਦਲਾਅ ਦੇ ਵਿੱਚ ਇਹ ਵੀ ਸਾਈਲੇਜ ਦੇ ਵਿੱਚ ਮੈਂ ਬਹੁਤ ਜਗ੍ਹਾ 'ਤੇ ਦੇਖਿਆ ਵੀ ਬਾਰਿਸ਼ਾਂ ਪਿੱਛੇ ਬਹੁਤ ਜ਼ਿਆਦਾ ਹੋਈਆਂ, ਔਰ ਬਾਰਿਸ਼ਾਂ ਕਰਕੇ ਜਿਹੜਾ ਹੈਗਾ ਬਹੁਤ ਸਾਰੇ ਟੋਇਆਂ ਦੇ ਵਿੱਚ ਪਾਣੀ ਭਰਿਆ ਜਾਂ ਪਾਣੀ ਦਾ ਕਿਤੋਂ ਨਾ ਕਿਤੋਂ ਰਿਸਾਵ ਹੋਇਆ, ਪਾਣੀ ਕਿਤੋਂ ਨਾ ਕਿਤੋਂ ਲੀਕ ਹੋ ਕੇ ਐਂਟਰ ਹੋ ਗਿਆ, ਅੰਦਰ ਚਲਾ ਗਿਆ ਪਾਣੀ। ਇਹ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਸਾਈਲੇਜ ਅਸੀਂ ਬਹੁਤ ਸਾਰੀ ਮਿਹਨਤ ਕਰਕੇ ਬਣਾਉਣੇ ਆ, ਪਰ ਸਾਈਲੇਜ ਦੇ ਵਿੱਚ ਜਾਂ ਮੱਕੀ ਦੇ ਅਚਾਰ ਦੇ ਵਿੱਚ ਪਾਣੀ ਦਾ ਜਾਣਾ ਸਾਡੀ ਸਾਰੀ ਜਿਹੜੀ ਮਿਹਨਤ ਆ ਉਹ 'ਤੇ ਪਾਣੀ ਫੇਰ ਸਕਦਾ ਹੈ। ਇਸ ਕਰਕੇ ਤੁਸੀਂ ਜੇ ਕਿਤੇ ਵੀ ਸਾਈਲੇਜ ਦੇ ਵਿੱਚ ਪਾਣੀ ਦੀ ਐਂਟਰੀ ਹੋਈ ਹੈ ਕਿਸੇ ਵੀ ਸਾਈਡ ਤੋਂ, ਤਾਂ ਇੱਦਾਂ ਦਾ ਸਾਈਲੇਜ ਨੂੰ ਤੁਰੰਤ ਤੁਹਾਨੂੰ ਕੱਢ ਕੇ, ਜਿੰਨਾ ਵੀ ਸਾਈਲੇਜ ਗਿੱਲਾ ਹੋ ਗਿਆ ਅਤੇ ਖਰਾਬ ਹੋ ਗਿਆ, ਉਹਨੂੰ ਸਿੱਟਣਾ ਪੈਣਾ ਹੈ ਅਤੇ ਉਹਨੂੰ ਚੰਗੀ ਤਰ੍ਹਾਂ ਸਾੜਨਾ ਵੀ ਪੈਣਾ ਹੈ। ਕਿਉਂਕਿ ਜਿਹੜੇ ਮਾਈਕੋਟੌਕਸਿਨ ਨੇ ਜਾਂ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਨੇ, ਜੇ ਉਹ ਇਸ ਵੇਲੇ ਸਾਡੇ ਅੰਦਰ ਪਸ਼ੂਆਂ ਦੇ ਜਾਂਦੇ ਰਹੇ ਤਾਂ ਸਰਦੀਆਂ ਦੇ ਵਿੱਚ ਮੈਸਟਾਈਟਸ ਤੇ ਰਿਪੀਟ ਬਰੀਡਿੰਗ, ਮਤਲਬ ਕਿ ਲੇਵੇ ਦੀ ਸੋਜ ਅਤੇ ਪਸ਼ੂ ਦਾ ਗੱਭਣ ਨਾ ਹੋਣਾ, ਦੋਨੇ ਸਮੱਸਿਆਵਾਂ ਬਹੁਤ ਜ਼ਿਆਦਾ ਆ ਜਾਣੀਆਂ। ਕਿਉਂਕਿ ਜਿਹੜੇ ਇਹ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਨੇ, ਇਹਨਾਂ ਦਾ ਅਸਰ ਆਉਂਦਾ ਬੜੀ ਹੌਲੀ ਹੌਲੀ ਹੈ, ਪਰ ਰਹਿੰਦਾ ਬੜੇ ਲੰਬੇ ਸਮੇਂ ਤੱਕ ਹੈ। ਇਹਦੇ ਵਾਸਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਵੀ ਜਦੋਂ ਅਸੀਂ ਸਾਈਲੇਜ ਨੂੰ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਟੱਕ ਲਾਉਣੇ ਆ, ਤਾਂ ਜਿਹੜਾ ਹੈਗਾ ਖਾਸ ਕਰਕੇ ਆਹ ਜਿਹੜਾ ਸਮਾਂ ਹੈਗਾ ਅਗਸਤ, ਜਿਵੇਂ ਅਗਸਤ ਸ਼ੁਰੂ ਹੋ ਗਿਆ, ਅਗਸਤ ਤੇ ਸਤੰਬਰ ਦੇ ਵਿੱਚ ਤੁਸੀਂ ਇਨੋਕੂਲੈਂਟ ਦਾ ਵਧੀਆ ਕੁਆਲਿਟੀ ਦਾ ਜਿਹੜਾ ਇਨੋਕੂਲੈਂਟ ਹੈ ਉਹਦਾ ਸਪਰੇਅ ਕਰ ਸਕਦੇ ਹੋ। ਉਹਦੇ ਨਾਲ ਤੁਹਾਡੇ ਸਾਈਲੇਜ ਦਾ ਬਹੁਤ ਹੱਦ ਤੱਕ ਫਾਇਦਾ ਰਹਿੰਦਾ, ਬਹੁਤ ਚੀਜ਼ਾਂ ਤੋਂ ਅਸੀਂ ਬਚੇ ਰਹਿਣੇ ਆ। ਕਿਉਂਕਿ ਜਿਹੜਾ ਸਾਈਲੇਜ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਇਹਦੇ ਜਿੰਨੇ ਫਾਇਦੇ ਆ ਉਨੇ ਨੁਕਸਾਨ ਵੀ ਹੈ। ਤੀਜੀ ਗੱਲ ਹੈਗੀ ਮੱਝਾਂ ਬਾਰੇ। ਦੇਖੋ ਮੱਝਾਂ 'ਚ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਵੀ ਇੱਕ ਤਾਂ ਮੱਝਾਂ ਬੋਲਦੀਆਂ ਨਹੀਂ ਹੈਗੀਆਂ ਇੰਨੀ ਬਾਰਿਸ਼ਾਂ ਦੇ ਸੀਜ਼ਨ ਹੋਣ ਦੇ ਬਾਵਜੂਦ ਵੀ। ਦੂਜਾ, ਮੱਝਾਂ ਦੇ ਵਿੱਚ ਡੋਕੇ ਪਾਉਣ ਦੀ ਬਹੁਤ ਵੱਡੀ ਸਮੱਸਿਆ ਹੈ। ਦੇਖੋ ਜਿਹੜੀਆਂ ਮੱਝਾਂ ਡੋਕੇ ਕਰਦੀਆਂ ਰਹਿੰਦੀਆਂ, ਇਹ ਕਲੀਅਰ ਕੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਰੀ ਦੁਨੀਆ ਦੇ ਵਿੱਚ ਮੱਝਾਂ 'ਚ ਇਹ ਸਮੱਸਿਆ ਹੈਗੀ। ਔਰ ਇਹਦੇ ਮੇਨ 3 ਕਾਰਨ ਨੇ। ਪਹਿਲਾ ਕਾਰਨ, ਜਿਹੜਾ ਮੁੱਖ ਕਾਰਨ ਹੈਗਾ, ਉਹ ਹੈਗਾ ਜਿਹੜਾ ਖੁਰਾਕੀ ਕਮੀਆਂ ਪੇਸ਼ੀਆਂ ਜਿਹੜੀਆਂ ਹੈਗੀਆਂ।
ਖੁਰਾਕੀ ਕਮੀਆਂ ਪੇਸ਼ੀਆਂ ਦੇ ਵਿੱਚ ਊਰਜਾ ਤੇ ਪ੍ਰੋਟੀਨ ਦੀ ਘਾਟ ਹੈ, ਪਹਿਲੀ ਗੱਲ ਹੈ। ਔਰ ਦੂਜੀ ਗੱਲ ਜਿਹੜੀ ਹੈਗੀ, ਜਿਹੜੇ ਲਘੂ ਤੱਤ ਨੇ ਉਹਨਾਂ ਦੀ ਘਾਟ ਹੈ। ਔਰ ਤੀਜੀ, ਇਹਨਾਂ ਦੋਨਾਂ ਚੀਜ਼ਾਂ ਕਰਕੇ ਮਤਲਬ ਕਿ ਖੁਰਾਕੀ ਜਿਹੜੀ ਊਰਜਾ ਦੀ ਕਮੀ ਹੈ ਤੇ ਪ੍ਰੋਟੀਨ ਦੀ ਕਮੀ ਹੈ, ਜਿਹਦੇ ਨਾਲ ਕੀਟੋਸਿਸ ਜਾਂ ਲੋ ਬਲੱਡ ਸ਼ੂਗਰ ਲੈਵਲ, ਜਿਹੜਾ ਆਪਾਂ ਕਹਿੰਦੇ ਨੇ ਵੀ ਸ਼ੂਗਰ ਘਟਣੀ ਸ਼ੁਰੂ ਹੋ ਜਾਂਦੀ ਹੈ ਪਸ਼ੂਆਂ ਦੀ, ਉਹ ਹੁੰਦੀ ਹੈ। ਦੂਜੇ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ ਵੀ ਜਿਹੜੀ ਲਘੂ ਤੱਤਾਂ ਦੀ ਕਮੀ ਹੈ। ਔਰ ਤੀਜਾ, ਲਘੂ ਤੱਤਾਂ ਦੀ ਕਮੀ ਤੇ ਊਰਜਾ ਤੇ ਪ੍ਰੋਟੀਨ ਦੀ ਕਮੀ ਕਰਕੇ ਹਾਰਮੋਨਲ ਜਿਹੜਾ ਹੈਗਾ ਅਸੰਤੁਲਨ ਹੋ ਜਾਂਦਾ, ਹਾਰਮੋਨਲ ਇੰਬੈਲੈਂਸ ਹੋ ਜਾਂਦਾ, ਹਾਰਮੋਨ ਜਿਹੜੇ ਹੈਗੇ ਬੈਲੈਂਸ ਦੇ ਵਿੱਚ ਨਹੀਂ ਰਹਿੰਦੇ। ਇਹ ਬੜੀ ਆਮ ਸਮੱਸਿਆ ਹੈ, ਕਿਉਂਕਿ ਮੱਝਾਂ ਵਾਲੇ ਜਿਹੜੇ ਵੀਰ ਹੈਗੇ ਸਾਡੇ, ਉਹ ਬਹੁਤੇ ਜਿਹੜੇ ਹੈਗੇ ਪਸ਼ੂ ਪਾਲਕ ਜਿਹੜੇ ਹੈਗੇ ਉਹ ਮਾਹਰਾਂ ਦੀ ਸਲਾਹ ਮੁਤਾਬਕ ਨਹੀਂ ਚੱਲਦੇ। ਜਿਹੜੇ ਸ਼ਹਿਰਾਂ ਦੇ ਵਿੱਚ ਮੱਝਾਂ ਰੱਖਦੇ ਆ ਉਹ ਅਕਸਰ ਕੀ ਕਰਦੇ ਆ, ਹਰਾ ਚਾਰਾ ਉੱਥੇ ਪਸ਼ੂਆਂ ਨੂੰ ਮਿਲਦਾ ਹੀ ਨਹੀਂ ਹੈਗਾ, ਇਸ ਕਰਕੇ ਵਿਟਾਮਿਨ ਦੀ ਤੇ ਮਿਨਰਲ ਦੀ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ। ਦੂਜੀ ਗੱਲ ਇਹ ਹੈ, ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਬਣੀਆਂ ਬਣਾਈਆਂ ਫੀਡਾਂ 'ਤੇ ਜ਼ਿਆਦਾ ਨਿਰਭਰ ਨੇ। ਜੇ ਤੁਸੀਂ ਬਣੀਆਂ ਬਣਾਈਆਂ ਫੀਡਾਂ ਪਾਉਂਦੇ ਰਹੋਗੇ ਤਾਂ ਜਿਵੇਂ ਅੱਜ ਕੱਲ੍ਹ ਰੇਟ ਚੱਲ ਰਹੇ ਹੈ, ਅੱਜ ਕੱਲ੍ਹ ਤਾਂ ਦੇਖੋ ਕਿਸੇ ਫੀਡ ਵਾਲੇ ਨੂੰ, ਫੀਡ ਬਣਾਉਣ ਵਾਲੇ ਨੂੰ ਕੱਖ ਨਹੀਂ ਬਚਦਾ, ਜਿਹੜਾ ਵਰਤਣ ਵਾਲਾ ਉਹਨੂੰ ਤਾਂ ਬਚਣਾ ਹੀ ਕੀ ਹੈ। ਸੋ ਇਸ ਕਰਕੇ ਮੱਝਾਂ ਵਾਲਿਆਂ ਨੂੰ ਮੈਂ 2-3 ਚੀਜ਼ਾਂ ਇਹ ਦੱਸਣੀਆਂ ਚਾਹੂੰਗਾ। ਪਹਿਲੀ ਗੱਲ ਇਹ ਹੈ, ਪਸ਼ੂ ਦੀ ਸੂਣ ਤੋਂ ਬਾਅਦ 3 ਮਹੀਨੇ ਤੱਕ ਊਰਜਾ ਪੂਰੀ ਰੱਖੋ। ਊਰਜਾ ਪੂਰੀ ਰੱਖਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਵੀ ਪਸ਼ੂ ਨੂੰ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਪੂਰੇ ਦਿਨ ਦੇ ਵਿੱਚ, ਭਾਵੇਂ ਗਰਮੀ ਦਾ ਮੌਸਮ ਹੈ ਭਾਵੇਂ ਸਰਦੀ ਦਾ ਮੌਸਮ ਹੈ, ਗੁੜ ਜ਼ਰੂਰ ਦਿਓ। ਜੇ ਤੁਸੀਂ ਗੁੜ ਜਿਹੜਾ ਹੈਗਾ ਇਹ ਦਾਣੇ ਚਾਰੇ 'ਚ ਚੰਗੀ ਤਰ੍ਹਾਂ ਰਲਾ ਕੇ ਦਿਓਗੇ 2 ਵਾਰੀ ਕਰਕੇ, ਤਾਂ ਇਹਦੇ ਨਾਲ ਮੈਦੇ ਦਾ ਤੇਜ਼ਾਬੀਪਣ ਨਹੀਂ ਹੋਏਗਾ। ਦੂਜੀ ਗੱਲ, ਬੜੇਮਿਆਂ ਨੂੰ ਜ਼ਰੂਰ 1.5-2 ਕਿਲੋ ਬੜੇਮੇ ਘੱਟੋ ਘੱਟ ਪਸ਼ੂ ਨੂੰ ਰੋਜ਼ ਦੇ ਜ਼ਰੂਰ ਮਿਲਣੇ ਚਾਹੀਦੇ ਹੈ। ਇਹਦੇ ਨਾਲ ਪਸ਼ੂ ਦੀ ਤੇਲ ਦੀ ਮਾਤਰਾ ਪੂਰੀ ਰਹੂਗੀ, ਕਿਉਂਕਿ ਮੱਝਾਂ ਦੇ ਵਿੱਚ ਖੁਰਾਕ 'ਚ ਚਰਬੀ ਦੀ ਮਾਤਰਾ, ਜਿਹੜੀ ਫੈਟ ਦੀ ਮਾਤਰਾ ਜ਼ਿਆਦਾ ਹੋਣ ਕਰਕੇ, ਦੁੱਧ ਦੇ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਖੁਰਾਕ ਦੇ ਵਿੱਚ ਫੈਟ ਜ਼ਿਆਦਾ ਹੋਣੀ ਬਹੁਤ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ, ਦੇਖੋ ਅਸੀਂ ਇਹ ਸਮਝ ਲੈਂਦੇ ਹਾਂ, ਜਿਵੇਂ ਅਸੀਂ ਅਕਸਰ ਕਹਿੰਦੇ ਵੀ ਕੁੱਲ ਮਿਸ਼ਰਿਤ ਰਾਸ਼ਨ ਦੇ ਵਿੱਚ 6% ਫੈਟ ਹੋਣੀ ਚਾਹੀਦੀ ਹੈ। ਕਈ ਵਾਰੀ ਸਾਡੇ ਵੀਰ ਇਹ ਸਮਝ ਲੈਂਦੇ ਆ ਵੀ ਇਹ ਫੀਡ ਦੀ ਫੈਟ ਹੈ। ਕਈ ਸਾਡੇ ਮਾਹਰ ਵੀ ਕਈ ਵਾਰੀ ਇਹੀ ਗੱਲ ਕਰ ਦਿੰਦੇ ਆ ਵੀ ਇਹ ਫੀਡ ਦੇ ਵਿੱਚ ਹੈ, ਜਾਂ ਖਾਸ ਕਰਕੇ ਜਿਹੜੇ ਕੰਪਨੀਆਂ ਵਾਲੇ ਮਾਹਰ ਨੇ, ਖਾਸ ਕਰਕੇ ਕੰਪਨੀਆਂ ਦੇ ਨੁਮਾਇੰਦੇ ਹੈ, ਕਈ ਵਾਰੀ ਉਹ ਇਸ ਗੱਲ 'ਚ ਫਰਕ ਨਹੀਂ ਸਮਝ ਪਾਉਂਦੇ। ਹਾਲਾਂਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਨੁਮਾਇੰਦੇ ਜਿਹੜੇ ਹੈਗੇ, ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਜਿਹੜੇ ਮਾਹਰ ਹੈਗੇ, ਸਾਡੇ ਜਿਹੜੇ ਸਾਡੇ ਟੀਚਰ ਹੈਗੇ, ਸਾਡੇ ਅਧਿਆਪਕ ਜਿਹੜੇ ਹੈਗੇ, ਉਹ ਇਸ ਗੱਲ 'ਤੇ ਬਾਰ-ਬਾਰ ਜ਼ੋਰ ਦਿੰਦੇ ਰਹਿੰਦੇ ਹੈ ਵੀ ਜਿਹੜੀ ਇਹ 6%, 6.5% ਫੈਟ ਹੈ, ਇਹ ਕੁੱਲ ਮਿਸ਼ਰਿਤ ਰਾਸ਼ਨ ਦੀ ਫੈਟ ਹੈ, ਫੀਡ ਦੀ, ਦਾਣੇ ਦੀ ਤੇ ਪੱਠਿਆਂ ਦੀ। ਪਰ ਅਕਸਰ ਕਈ ਸਾਡੇ ਮੈਂ ਦੇਖਿਆ ਕੰਪਨੀ ਵਾਲੇ ਵੀਰ ਇਹ ਸਮਝਦੇ ਰਹਿੰਦੇ ਆ ਵੀ ਇਹ ਫੀਡ ਦੀ ਫੈਟ ਹੈ। ਫੀਡ ਦੇ ਵਿੱਚ ਤੁਹਾਨੂੰ ਜਿਹੜੀ ਫੈਟ ਦੀ ਮਾਤਰਾ ਹੈ, ਜਿਹੜੀ ਖਾਸ ਕਰਕੇ ਮੱਝਾਂ ਦੇ ਵਿੱਚ, ਉਹ ਕਾਫੀ ਜ਼ਿਆਦਾ ਰੱਖਣੀ ਪੈਣੀ ਹੈ 6% ਤੋਂ, ਤਾਂ ਜਾ ਕੇ, ਕਿਉਂਕਿ ਜੇ 4-5 ਕਿਲੋ ਫੀਡ ਪਊਗੀ, 25-30 ਕਿਲੋ ਪੱਠੇ ਪੈਣਗੇ ਜਾਂ ਸਾਈਲੇਜ ਪਊਗਾ, ਤੇ ਤੁਸੀਂ ਇਹ ਮਿਲਾ ਕੇ ਚੱਲੋ ਵੀ ਜੇ ਤੁਹਾਡੇ ਫੀਡ ਦੇ ਵਿੱਚ 7-8% ਫੈਟ ਹੋਊਗੀ, ਤਾਂ ਉਹ ਜਾ ਕੇ ਕਿਤੇ ਜਿਹੜਾ ਰਾਸ਼ਨ ਬਣੂਗਾ, ਕੁੱਲ ਮਿਸ਼ਰਿਤ ਰਾਸ਼ਨ ਬਣੂਗਾ, ਮਤਲਬ ਕਿ ਦਾਣੇ, ਚਾਰੇ ਤੇ ਪੱਠਿਆਂ ਦੇ ਵਿੱਚ, ਤਾਂ ਉਹ 6% ਦੇ ਜਾ ਕੇ ਨੇੜੇ ਆਊਗੀ। ਇਹ ਪੁਆਇੰਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਹੈ, ਅਕਸਰ ਅਸੀਂ ਕਹਿੰਦੇ ਹਾਂ ਮੱਝਾਂ ਦੇ ਵਿੱਚ ਕੁੱਲ ਮਿਸ਼ਰਿਤ ਰਾਸ਼ਨ ਦੇ ਵਿੱਚ 18% ਤੋਂ ਘੱਟ ਪ੍ਰੋਟੀਨ ਨਹੀਂ ਹੋਣੀ ਚਾਹੀਦੀ, ਔਰ ਕਈ ਵਾਰੀ ਉਹਨੂੰ ਵੀ ਅਸੀਂ ਸਹੀ ਤਰੀਕੇ ਨਾਲ ਨਹੀਂ ਸਮਝਦੇ ਹੈਗੇ। ਉਹਦੇ ਮੁਤਾਬਕ ਸਾਨੂੰ ਜਿਹੜੀ ਚਾਰੇ ਦੇ ਮੁਤਾਬਕ, ਜਿਵੇਂ ਸਾਡੇ ਕੋਲੇ ਚਾਰੇ ਹੁਣ 7-7.5% ਪ੍ਰੋਟੀਨ ਵਾਲੇ ਚਾਰੇ ਨੇ, ਤਾਂ ਸਾਨੂੰ ਫੀਡ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਹੈਗੀ 25%, 24-25% ਦੇ ਨੇੜੇ ਤੇੜੇ ਜੇ ਅਸੀਂ ਰੱਖਾਂਗੇ, ਤਾਂ ਜਾ ਕੇ ਸਾਡੀ ਜਿਹੜੀ ਹੈਗੀ ਦਾਣੇ, ਚਾਰੇ ਦੀ ਤੇ ਫੀਡ ਦੀ ਮਿਲਾ ਕੇ ਜਿਹੜੀ ਕੁੱਲ ਮਿਸ਼ਰਿਤ ਰਾਸ਼ਨ ਹੈ, ਜਿਹਨੂੰ ਅਸੀਂ ਟੋਟਲ ਮਿਕਸ ਰਾਸ਼ਨ ਜਾਂ TMR ਕਹਿ ਦਿੰਦੇ ਹਾਂ, ਉਹਦੀ ਪ੍ਰੋਟੀਨ ਪੂਰੀ ਹੋਊਗੀ। ਮੱਝਾਂ ਦੇ ਵਿੱਚ ਪ੍ਰੋਟੀਨ ਤੇ ਊਰਜਾ ਦੀ ਘਾਟ ਬਹੁਤ ਵੱਡਾ ਕਾਰਨ ਹੈ ਡੋਕੇ ਪਾਉਣ ਦਾ। ਦੂਜੀ ਗੱਲ ਹੈਗੀ ਜਿਹੜੀ, ਉਹ ਹੈਗੀ ਖੁਰਾਕੀ ਤੱਤਾਂ ਬਾਰੇ। ਦੇਖੋ ਜਿਹੜੇ ਲਘੂ ਤੱਤ ਨੇ, ਜਿਨ੍ਹਾਂ ਦੀ ਮੈਂ ਅਕਸਰ ਗੱਲ ਕਰਦਾ, ਬਹੁਤ ਸਾਰੇ ਜਿਹੜੇ ਪਸ਼ੂ ਪਾਲਕ ਨੇ ਲਘੂ ਤੱਤਾਂ ਬਾਰੇ ਸਵਾਲ ਪੁੱਛਦੇ ਰਹਿੰਦੇ ਆ। ਦੇਖੋ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾ ਵੀ ਮਿਨਰਲ ਮਿਕਸਚਰ ਦੇ ਨਾਂ ਤੇ ਪੰਜਾਬ ਦੇ ਵਿੱਚ ਕੰਪਨੀਆਂ ਵੱਲੋਂ ਬਹੁਤ ਵੱਡੀ ਲੁੱਟ ਮਚਾਈ ਜਾ ਰਹੀ ਹੈ, ਬਹੁਤ ਵੱਡੀ ਠੱਗੀ ਮਾਰੀ ਜਾ ਰਹੀ ਹੈ। ਮਿਨਰਲ ਮਿਕਸਚਰ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਜਾਂ ਤਾਂ ਤੁਸੀਂ ਕਿਸੇ
ਸਹਿਕਾਰੀ ਜਾਂ ਸਰਕਾਰੀ ਅਦਾਰਾ। ਸਹਿਕਾਰੀ ਅਦਾਰਾ ਜਿਵੇਂ ਮਿਲਕਫੈਡ ਹੈ, ਵੇਰਕਾ ਪੰਜਾਬ ਦੇ ਵਿੱਚ, ਜਾਂ ਅਮੂਲ ਦਾ ਵੀ, ਹੁਣ ਅਮੂਲ ਨੂੰ ਵੀ ਕਾਫੀ ਸਾਲ ਹੋ ਗਏ ਪੰਜਾਬ ਦੇ ਵਿੱਚ ਆਇਆ ਨੂੰ, ਤੇ ਜਾਂ ਫਿਰ ਸਰਕਾਰੀ ਅਦਾਰਾ ਜਿਹੜਾ ਹੈਗਾ ਸਾਡਾ ਜਿਵੇਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈ, ਜਾਂ ਤੁਸੀਂ ਮਿਲਕਫੈਡ ਜਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ, ਜਾਂ ਤਾਂ ਤੁਸੀਂ ਇਹਨਾਂ ਦਾ ਮਿਨਰਲ ਮਿਕਸਚਰ ਵਰਤੋ। ਇਹ 'ਚ ਘੱਟੋ ਘੱਟ ਇਹ ਤੁਹਾਡੇ ਨਾਲ ਕੋਈ ਠੱਗੀ ਨਹੀਂ ਵੱਜੇਗੀ, ਤੁਹਾਨੂੰ ਵਧੀਆ ਚੀਜ਼ ਠੀਕ ਰੇਟ ਤੇ ਮਿਲੇਗੀ। ਜਿਹੜੇ ਅਸੀਂ ਚਲੇਟਡ ਮਿਨਰਲ ਮਿਕਸਚਰ ਪਿੱਛੇ 150-200 ਰੁਪਏ ਕਿਲੋ ਦੇ ਅਸੀਂ ਪੈਸੇ ਖਰਾਬ ਕਰ ਰਹੇ ਹਾਂ, ਉਹਦਾ ਕੋਈ ਲੰਬਾ ਚੌੜਾ ਫਾਇਦਾ ਨਹੀਂ ਹੈਗਾ। ਜਾਂ ਫਿਰ ਅਸੀਂ ਜਿਹੜੇ ਡੇਅਰੀ ਪ੍ਰੀਮਿਕਸ, ਕਸਟਮਾਈਜ਼ ਡੇਅਰੀ ਪ੍ਰੀਮਿਕਸ ਬਣਾਏ ਜਾਂਦੇ ਹੈ, ਜਿਵੇਂ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਬਣਾਏ ਜਾਂਦੇ ਹੈ ਕਸਟਮਾਈਜ਼, ਹਾਲਾਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈਗੀ ਜੇ ਅਸੀਂ ਟੋਟਲ ਕੰਪਨੀਆਂ ਦੀ ਗਿਣਤੀ ਦੇ ਹਿਸਾਬ ਨਾਲ ਦੇਖੀਏ, ਜਾਂ ਤੁਸੀਂ ਉਹ ਵਰਤਣਾ ਸ਼ੁਰੂ ਕਰੋ, ਜਾਂ ਫਿਰ ਘਰੇ ਤੁਸੀਂ ਆਪਣਾ ਮਿਨਰਲ ਮਿਕਸਚਰ ਤਿਆਰ ਕਰਨਾ ਸ਼ੁਰੂ ਕਰੋ। ਘਰੇ ਮਿਨਰਲ ਮਿਕਸਚਰ ਤਿਆਰ ਕਰਨਾ ਕੋਈ ਔਖਾ ਨਹੀਂ ਹੈਗਾ। ਜੇ ਤੁਸੀਂ ਵਧੀਆ ਕੁਆਲਿਟੀ ਦਾ DCP ਤੇ ਕੈਲਸਾਈਟ ਜਿਹੜਾ ਹੈਗਾ, ਕੈਲਸਾਈਟ ਜਿਹਨੂੰ ਆਮ ਤੌਰ ਤੇ ਕੈਲਸ਼ੀਅਮ ਪਾਊਡਰ ਕਹਿ ਦਿੰਦੇ ਆ, ਜੇ ਅਸੀਂ ਫੀਡ ਦੇ ਵਿੱਚ ਪਵਾ ਲੈਂਦੇ ਹੋ ਤਾਂ ਇਸ ਮੌਸਮ ਦੇ ਵਿੱਚ ਪਸ਼ੂ ਨੂੰ 10 ਗ੍ਰਾਮ ਤੋਂ 20 ਗ੍ਰਾਮ ਜਿਹੜੇ ਟਰੇਸ ਮਿਨਰਲ ਨੇ, ਲਘੂ ਤੱਤ ਨੇ, ਇਹ ਲਘੂ ਤੱਤਾਂ ਬਾਰੇ ਬਹੁਤ ਸਾਰੇ ਪਸ਼ੂ ਪਾਲਕ ਸਵਾਲ ਪੁੱਛਦੇ ਆ। ਇਹ ਆਮ ਤੌਰ ਤੇ ਜਿੰਨੀਆਂ ਵੀ ਸਾਡੇ ਫੀਡ ਫੈਕਟਰੀਆਂ ਹੈਗੀਆਂ ਪੰਜਾਬ ਦੇ ਵਿੱਚ, ਇਹਨਾਂ ਫੀਡ ਫੈਕਟਰੀਆਂ ਵਿੱਚ TMB ਦੇ ਨਾਂ ਤੇ, ਟਰੇਸ ਮਿਨਰਲ ਜਾਂ ਵਿਟਾਮਿਨ ਦੇ ਨਾਂ ਤੇ, ਜਾਂ ਫਿਰ ਕੋਈ ਵੀ ਚੰਗੀ ਕੰਪਨੀ ਦੇ ਲਘੂ ਤੱਤ ਆਮ ਫੀਡ ਫੈਕਟਰੀਆਂ 'ਚ 25 ਕਿਲੋ ਦੀ ਪੈਕਿੰਗ ਉਪਲਬਧ ਹੁੰਦੀ ਹੈ। ਉਹਦੇ ਵਿੱਚੋਂ ਅਸੀਂ ਕਿਲੋ, 1.5 ਕਿਲੋ, 2 ਕਿਲੋ, 5 ਕਿਲੋ ਅਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹਾਂ। ਲਘੂ ਤੱਤ ਜਿਹੜੇ ਹੁੰਦੇ ਆ, ਇਕੱਲੇ ਲਘੂ ਤੱਤ ਨੇ, ਉਹਨਾਂ ਦਾ ਰੇਟ ਜਿਹੜਾ ਐਵਰੇਜ ਹੁੰਦਾ ਹੈ ਉਹ 600 ਤੋਂ 650 ਰੁਪਏ ਕਿਲੋ ਹੁੰਦਾ ਹੈ, ਪਰ ਇਹਨਾਂ ਦੀ ਡੋਜ਼ ਜਿਹੜੀ ਹੁੰਦੀ ਹੈ ਉਹ 10 ਗ੍ਰਾਮ ਦੇ ਨੇੜੇ ਹੁੰਦੀ ਹੈ। ਜਿਹੜਾ TMB ਹੁੰਦਾ ਹੈ ਉਹਦਾ ਰੇਟ ਅਕਸਰ 200-250 ਰੁਪਏ ਕਿਲੋ, 300 ਰੁਪਏ ਕਿਲੋ ਹੁੰਦਾ ਹੈ, ਪਰ ਉਹਦੀ ਡੋਜ਼ ਜਿਹੜੀ ਹੁੰਦੀ ਉਹ ਵੀ ਡਬਲ ਹੋ ਜਾਂਦੀ ਹੈ, 20 ਤੋਂ 25 ਗ੍ਰਾਮ ਰੋਜ਼ ਦੀ। ਕਿਉਂਕਿ ਜਿਹੜੇ ਸਾਡੇ 70% ਪਸ਼ੂ ਪਾਲਕ ਨੇ ਉਹ ਛੋਟੇ ਪਸ਼ੂਆਂ ਵਾਲੇ ਹੀ ਨੇ, ਥੋੜੇ ਪਸ਼ੂਆਂ ਵਾਲੇ ਹੀ ਨੇ, ਮਤਲਬ ਕਿ ਉਹਨਾਂ ਕੋਲੇ 2, 4, 5 ਪਸ਼ੂ ਨੇ। ਸੋ ਉਹ ਤੁਸੀਂ ਆਪਦੇ ਹਿਸਾਬ ਨਾਲ ਉਹਨੂੰ ਪੀਪੇ ਦੇ ਵਿੱਚ ਜਾਂ ਕੋਈ ਪੀਪੀ ਦੇ ਵਿੱਚ, ਕੋਈ ਹੋਰ ਡੱਬੇ ਦੇ ਵਿੱਚ, ਜਿਹੜਾ ਕਿ ਜਿਹ 'ਚ ਕਿ ਨਾ ਨਮੀ ਜਾਵੇ ਨਾ ਹਵਾ ਜਾਵੇ, ਔਰ ਕੋਈ ਕਰਛੀ ਸੁੱਕੀ ਉਹਦੇ ਵਿੱਚ ਅਸੀਂ ਰੱਖ ਦਈਏ, ਬਿਲਕੁਲ ਉਹ 'ਚ ਰੋਜ਼ ਅਸੀਂ ਨਵਾਂ ਕਰਛੀ ਨਹੀਂ ਪਾ ਕੇ ਕੱਢਣਾ ਹੈਗਾ, ਮਤਲਬ ਕਿ ਗਿੱਲਾ ਭਾਂਡਾ ਨਾ ਹੋਵੇ, ਨਾ ਹੀ ਗਿੱਲੇ ਉਹ 'ਚ ਹੱਥ ਲੱਗਣ। ਉਹ ਅਸੀਂ ਰੋਜ਼ ਦਾ ਜੇ ਪਸ਼ੂਆਂ ਨੂੰ ਪਾਈ ਜਾਈਏ ਤਾਂ ਉਹਦੇ ਨਾਲ ਸਾਡੀਆਂ ਮੱਝਾਂ ਦੇ ਵਿੱਚ ਜਾਂ ਗਾਵਾਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਹੋ ਸਕਦੀਆਂ। ਕਿਉਂਕਿ ਪੰਜਾਬ 'ਚ ਮੈਂ ਅਕਸਰ ਦੇਖਦਾ ਵੀ ਪਸ਼ੂਆਂ ਦੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਇੰਨੀ ਜ਼ਿਆਦਾ ਵੀ ਲੋਕਾਂ ਨੂੰ ਅੱਜ ਵੀ ਫਾਸਫੋਰਸ ਦੇ ਟੀਕੇ ਲਾਉਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਲੋਕਾਂ ਨੂੰ ਅੱਜ ਵੀ ਜਿਹੜੇ ਵਿਟਾਮਿਨ ਦੇ ਟੀਕੇ ਲਾਉਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ, ਉਹ ਬਹੁਤ ਮਹਿੰਗਾ ਪੈਂਦਾ ਹੈ। ਇਹ ਜਿਹੜੀ ਗਰਮੀਆਂ ਦਾ ਮੌਸਮ ਹੁੰਦਾ ਹੈ ਜਾਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈ, ਇਹਦੇ ਵਿੱਚ ਖੁਰਾਕੀ ਘਾਟਾਂ ਬਹੁਤ ਹੀ ਸਪਸ਼ਟ ਨਜ਼ਰ ਆ ਜਾਂਦੀਆਂ ਪਸ਼ੂ 'ਚ, ਕਿਉਂਕਿ ਪਸ਼ੂ ਤੇ ਮੌਸਮ ਦਾ ਜਿਹੜਾ ਸਟ੍ਰੈਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਕਰਕੇ ਖੁਰਾਕੀ ਘਾਟਾਂ ਪਸ਼ੂ 'ਚ ਬਹੁਤ ਜ਼ਿਆਦਾ ਨਜ਼ਰ ਆਉਂਦੀਆਂ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਜਿਹੜੇ ਇਹ ਲਘੂ ਤੱਤ ਨੇ, ਇਹਦੇ ਬਾਰੇ ਤੁਹਾਨੂੰ ਬਹੁਤੀ ਭਕਾਈ ਕਰਨ ਦੀ ਲੋੜ ਨਹੀਂ ਹੈਗੀ। ਇਹ ਤੁਸੀਂ ਆਪਣੀ ਨੇੜੇ ਦੀ ਜਿਹੜੀ ਫੀਡ ਫੈਕਟਰੀ ਹੈ ਉਹਦੇ ਨਾਲ ਸੰਪਰਕ ਕਰਕੇ, ਜਾਂ ਨੇੜੇ ਦਾ ਜਿਹੜਾ ਖੁਰਾਕੀ ਮਾਹਰ ਹੈ, ਜਾਂ ਨੇੜੇ ਦੀ ਜਿਹੜੀ ਪਸ਼ੂ ਸੰਸਥਾ ਹੈਗੀ ਉਹਦੇ ਨਾਲ ਸੰਪਰਕ ਕਰਕੇ ਤੁਸੀਂ ਨੇੜੇ ਦਾ ਜਿਹੜਾ ਅਦਾਰਾ ਹੈਗਾ ਉੱਥੋਂ ਲੈ ਸਕਦੇ ਹੋ। ਜਿਹੜੇ KVK ਖੁੱਲ੍ਹੇ ਹੋਏ ਆ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਬਹੁਤ ਸਾਰੇ KVK ਹੈਗੇ ਪੰਜਾਬ, ਜਿਵੇਂ ਬਰਨਾਲੇ ਹੈਗਾ KVK, ਉੱਥੇ ਵੀ ਇਹ ਚੀਜ਼ਾਂ ਉਪਲਬਧ ਹੁੰਦੀਆਂ, ਜਾਂ ਉਹ ਤੁਹਾਨੂੰ ਜਿਹੜੇ ਮਾਹਰ ਹੈ ਇਹਦੇ ਬਾਰੇ ਦੱਸ ਸਕਦੇ ਹੈ। ਇਹ ਜਿਹੜੇ ਤੱਤ ਨੇ, ਜਿੰਨੀ ਦੇਰ ਤੱਕ ਅਸੀਂ ਇਹ ਲਗਾਤਾਰ ਪਾਉਣੇ ਨਹੀਂ ਸ਼ੁਰੂ ਕਰਦੇ ਹੈਗੇ, ਉਨੀ ਦੇਰ ਤੱਕ ਸਾਡੀਆਂ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਕਿਉਂਕਿ ਜਿਹੜੀਆਂ ਇਹ ਖੁਰਾਕੀ ਘਾਟਾਂ ਨੇ, 80% ਜਿਹੜੀਆਂ ਬਿਮਾਰੀਆਂ ਨੇ ਉਹ ਲਘੂ ਤੱਤਾਂ ਨਾਲ ਜੁੜੀਆਂ ਹੋਈਆਂ ਨੇ। ਜਿਹੜੇ ਆਪਾਂ 8 ਲਘੂ ਤੱਤਾਂ ਦੀ ਗੱਲ ਕਰਦੇ ਹੁੰਦੇ ਆ, ਜ਼ਿੰਕ, ਕਾਪਰ, ਕੋਬਾਲਟ, ਮੈਗਨੀਜ਼, ਆਇਓਡੀਨ, ਆਇਰਨ, ਕ੍ਰੋਮੀਅਮ ਤੇ ਸਲੀਨੀਅਮ। ਸਲੀਨੀਅਮ ਬਾਰੇ ਮੈਂ ਅਖੀਰ ਤੇ ਤੁਹਾਨੂੰ ਇਹੀ ਕਹੂੰਗਾ ਵੀ ਸਲੀਨੀਅਮ ਬਾਰੇ ਪਹਿਲਾਂ ਵੀ ਕਈ ਵਾਰੀ ਗੱਲ ਹੋਈ ਹੈ। ਸਲੀਨੀਅਮ ਬਾਰੇ ਬਹੁਤ ਸਾਰੇ ਲੋਕ ਹਲੇ ਵੀ ਪ੍ਰਚਾਰ ਕਰਦੇ ਰਹਿੰਦੇ ਵੀ ਇਹਦੀ ਜ਼ਰੂਰਤ ਨਹੀਂ, ਇਹਦੀ ਉਹ ਨਹੀਂ ਹੈਗੀ। ਪੰਜਾਬ ਦੇ ਵਿੱਚ ਇਹਦੀ ਬਹੁਤਾਤ ਹੈ। ਸਿਰਫ 2-4% ਏਰੀਏ ਨੂੰ ਛੱਡ ਕੇ 95% ਜਗ੍ਹਾ ਤੇ ਜਿਹੜੀ ਸਲੀਨੀਅਮ ਦੀ ਜ਼ਰੂਰਤ ਹੈ। ਸਲੀਨੀਅਮ ਐਂਟੀਆਕਸੀਡੈਂਟ ਹੈ, ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ। ਖਾਸ ਕਰਕੇ ਜਿਹੜਾ ਇਹ ਮੌਸਮ ਹੈ, ਸਲੀਨੀਅਮ, ਵਿਟਾਮਿਨ C ਤੇ ਵਿਟਾਮਿਨ E,
ਉਹਦੇ ਵਾਸਤੇ ਆਮਲਾ ਪਾਊਡਰ ਆਪਾਂ ਯੂਜ਼ ਕਰ ਸਕਦੇ ਹਾਂ। ਵਿਟਾਮਿਨ ਸੀ ਵਾਸਤੇ ਔਲਿਆਂ ਦਾ ਪਾਊਡਰ ਹੈ। ਇਹ ਜਿਹੜਾ ਹੈਗਾ ਪਸ਼ੂ ਦੀ ਮੈਸਟਾਈਟਸ ਤੋਂ ਤੇ ਮੈਟਰਾਈਟਸ ਤੋਂ, ਮਤਲਬ ਕਿ ਥਣਾ ਦੀ ਤੇ ਬੱਚੇਦਾਨੀ ਦੀ ਬਿਮਾਰੀਆਂ ਤੋਂ ਬਚਾਉਣ 'ਚ ਸਲੀਨੀਅਮ ਤੇ ਵਿਟਾਮਿਨ ਈ ਦਾ ਬਹੁਤ ਵੱਡਾ ਰੋਲ ਹੈ। ਇਸ ਕਰਕੇ ਇਹਨੂੰ ਲਗਾਤਾਰ ਫੀਡ ਦੇ ਵਿੱਚ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਮੈਂ ਅਖੀਰ ਤੇ ਇਹੀ ਤੁਹਾਨੂੰ ਕਹੂੰਗਾ ਵੀ ਜਿਹੜੀਆਂ ਖੁਰਾਕੀ ਘਾਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਸਹੀ ਤਰੀਕੇ ਨਾਲ ਪੂਰਾ ਕਰੀਏ। ਦੂਜੀ ਗੱਲ ਇਹ ਹੈ, ਜਿਹੜੇ ਫੀਡ ਦੇ ਰੇਟ ਵੱਧ ਰਹੇ ਹੈ, ਅਸੀਂ ਆਪਣਾ ਜਿਹੜਾ ਪਸ਼ੂ ਧਨ ਹੈ ਇਹਦੇ ਵਿੱਚ ਅਸੀਂ ਜਿਹੜੇ 4 ਗੱਲਾਂ ਕਰਦੇ ਹੁੰਦੇ ਆ: ਸੰਤੁਲਿਤ ਖੁਰਾਕ, ਸਹੀ ਪ੍ਰਬੰਧਨ, ਸਹੀ ਪ੍ਰਜਨਨ, ਮਤਲਬ ਕਿ ਫੀਡਿੰਗ, ਬਰੀਡਿੰਗ ਤੇ ਮੈਨੇਜਮੈਂਟ। ਔਰ ਜਿਹੜੀ ਚੌਥੀ ਗੱਲ ਕਰਦਾ ਹੁੰਦਾ ਮੈਂ, ਸਹੀ ਮਾਰਕੀਟਿੰਗ, ਉਹ ਆਉਣ ਵਾਲੇ ਸਮੇਂ ਵਾਸਤੇ ਬਹੁਤ ਵੱਡੀ ਜ਼ਰੂਰਤ ਹੈ। ਜੇ ਅਸੀਂ ਹੁਣ ਵੀ ਆਪਣੀ ਮਾਰਕੀਟ ਡਿਵੈਲਪ ਨਾ ਕੀਤੀ ਤਾਂ ਅਸੀਂ ਇਸ ਧੰਦੇ 'ਚੋਂ ਕਦੋਂ ਬਾਹਰ ਹੋ ਜਾਣਾ ਸਾਨੂੰ ਪਤਾ ਵੀ ਨਹੀਂ ਲੱਗਣਾ। ਜਿਵੇਂ ਅਸੀਂ ਕਹਿਣਾ ਹੁੰਦਾ ਮੈਂ ਅਕਸਰ ਵੀ, ਸਾਨੂੰ ਸੰਗਲ ਖੋਲ੍ਹ ਕੇ ਫਿਰ ਡੋਲੂ ਚੱਕਣਾ ਪੈਣਾ ਹੈਗਾ। ਆਉਣ ਵਾਲੀ ਪੀੜ੍ਹੀ ਦੀ ਬਹੁਤ ਵੱਡੀ ਬੇਰੁਖੀ ਹੈ ਡੇਅਰੀ ਦੇ ਧੰਦੇ ਵਾਸਤੇ। ਉਹਦਾ ਮੇਨ ਕਾਰਨ ਇਹੀ ਹੈ ਵੀ ਅਸੀਂ ਮਾਰਕੀਟ ਸਹੀ ਨਹੀਂ ਡਿਵੈਲਪ ਕੀਤੀ ਹੈਗੀ। ਸੋ ਬਾਜ਼ਾਰ ਦੇ ਵਿੱਚ ਦੇਖੋ ਗਾਹਕ ਬਹੁਤ ਉਪਲਬਧ ਹੈ ਜਿਹੜਾ ਦੁੱਧ ਦੇ ਸਹੀ ਰੇਟ ਦੇਣਾ ਚਾਹੁੰਦਾ ਹੈਗਾ। ਸ਼ਹਿਰਾਂ ਦੇ ਵਿੱਚ ਬਹੁਤ ਗਾਹਕ ਉਪਲਬਧ ਹੈ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਮੈਂ ਦੇਖਿਆ ਕਿਸਾਨਾਂ ਤੋਂ 30-32 ਰੁਪਏ ਲੀਟਰ ਦੁੱਧ ਖਰੀਦ ਕੇ 50 ਰੁਪਏ ਲੀਟਰ ਦੁੱਧ ਵੇਚਦਾ, ਮਤਲਬ ਕਿ 20 ਰੁਪਏ ਲੀਟਰ ਤੱਕ ਦਾ ਮਾਰਜਨ ਲੈ ਰਹੀ ਹੈ। ਖਾਸ ਕਰਕੇ ਜਿਹੜੇ ਕੁਝ ਵਪਾਰੀ ਜਿਹੜੇ ਹੈਗੇ ਡੇਅਰੀ ਦੇ ਧੰਦੇ 'ਚ ਆਏ ਹੈ, ਮੈਂ ਦੇਖਿਆ ਉਹ ਕਿਸਾਨਾਂ ਤੋਂ ਸਾਰੇ ਸਾਲ ਦਾ ਰੇਟ ਕਰ ਲੈਂਦੇ 30-32 ਰੁਪਏ ਤੇ ਆਪ ਜਾ ਕੇ ਚੰਡੀਗੜ੍ਹ ਜਾਂ ਦਿੱਲੀ ਦੇ ਵਿੱਚ 80 ਰੁਪਏ ਲੀਟਰ ਦੁੱਧ ਵੇਚਦੇ ਹੈ। ਸਾਨੂੰ ਖੁਦ ਵਪਾਰੀ ਬਣਨਾ ਪੈਣਾ ਹੈ। ਸਾਡੇ ਟੀਚਰ ਬਾਬਾ ਬੋੜ ਡਾਕਟਰ ਰਣਜੋਤ ਸਿੰਘ ਜੀ ਸਹੋਤਾ ਕਹਿੰਦੇ ਹੁੰਦੇ ਸੀ, ਅਕਸਰ ਅਸੀਂ ਉਹਨਾਂ ਦੀਆਂ ਗੱਲਾਂ ਯਾਦ ਕਰਦੇ ਹਾਂ। ਅੱਜ ਤੋਂ 20 ਸਾਲ ਪਹਿਲਾਂ ਉਹ ਗੱਲਾਂ ਕਹਿੰਦੇ ਹੁੰਦੇ ਸੀ ਔਰ ਅੱਜ ਵੀ ਗੱਲਾਂ ਸੱਚ ਨੇ ਵੀ ਜੇ ਵਪਾਰੀ ਅਸੀਂ ਨਹੀਂ ਬਣਾਂਗੇ ਤਾਂ ਇਸ ਧੰਦੇ ਦੇ ਵਿੱਚ ਨਹੀਂ ਰਹਿ ਹੋਣਾ। ਸੋ ਇਸ ਕਰਕੇ ਮੈਂ ਤੁਹਾਨੂੰ ਅਖੀਰ ਤੇ ਇਹੀ ਕਹੂੰਗਾ ਵੀ ਜਿਹੜੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਉਹਨਾਂ ਨੂੰ ਲਾਈਕ ਕਰੋ, ਉਹਨਾਂ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਲੇਟੈਸਟ ਨੋਟੀਫਿਕੇਸ਼ਨ ਨੇ ਉਹ ਤੁਹਾਨੂੰ ਆਉਂਦੇ ਰਹਿਣ। ਅਖੀਰ ਤੇ ਇੱਕ ਗੱਲ ਜਿਹੜੀ ਗਲਘੋਟੂ ਵੱਲ ਰਹੇਗੀ ਉਹ ਇਹ ਹੈ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਹੈਗੀ ਹਲੇ ਤੱਕ ਤੁਰੰਤ ਆਪਣੀ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਕੇ ਵੈਕਸੀਨ ਲਵਾਓ। ਸਿਰਫ 5 ਰੁਪਏ ਦੀ ਵੈਕਸੀਨ ਦੀ ਡੋਜ਼ ਹੈ ਔਰ 100% ਜਿਹੜੀ ਵੈਕਸੀਨ ਹੈ ਉਹ ਪਰਹੇਜ਼ ਦੇ ਤੌਰ ਤੇ ਕਾਮਯਾਬ ਹੈ। ਗਲਘੋਟੂ ਦੀ ਵੈਕਸੀਨ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਪਸ਼ੂ ਪਾਲਣ ਵਿਭਾਗ ਦੁਆਰਾ ਲਈ ਜਾਂਦੀ ਹੈ। ਗਲਘੋਟੂ ਬਾਰੇ ਪੂਰੀ ਇੱਕ ਡਿਟੇਲਡ ਵੀਡੀਓ ਆਪਣੀ ਪਿਛਲੇ ਸਾਲ ਦੀ ਉਪਲਬਧ ਹੈ। ਉਹਦਾ ਲਿੰਕ ਮੈਂ WhatsApp ਤੇ ਸ਼ੇਅਰ ਕਰ ਦੂੰਗਾ, ਜੇ ਕੋਈ ਦੇਖਣਾ ਚਾਹਵੇ ਉਹ ਦੇਖ ਸਕਦਾ ਹੈ। ਸੋ ਅਖੀਰ ਤੇ ਮੈਂ ਇਹੀ ਕਹੂੰਗਾ ਜੀ ਵੀ ਆਪਣੀ ਮਾਰਕੀਟ ਆਪਾਂ ਡਿਵੈਲਪ ਕਰੀਏ ਔਰ ਜਿਹੜੀਆਂ ਚਾਰੇ ਗੱਲਾਂ ਨੇ ਫੀਡਿੰਗ, ਬਰੀਡਿੰਗ, ਮੈਨੇਜਮੈਂਟ ਤੇ ਮਾਰਕੀਟਿੰਗ, ਸੰਤੁਲਿਤ ਖੁਰਾਕ, ਸਹੀ ਪ੍ਰਬੰਧਨ, ਸਹੀ ਪ੍ਰਜਨਨ ਤੇ ਸਹੀ ਮੰਡੀ ਕਰਨੀ ਸਾਰੀਆਂ ਸਮੱਸਿਆਵਾਂ ਦਾ ਇੱਕ ਹੱਲ ਹੈ। ਸੋ ਅਗਲੇ ਹਫਤੇ ਮਿਲਦੇ ਹਾਂ ਜੀ ਆਪਾਂ ਇੱਕ ਨਵੀਂ ਵੀਡੀਓ ਨਾਲ। ਠੀਕ ਹੈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।